ਵੈਲਕਮ ਮਾਈ ਡੀਅਰ 10th ਕਲਾਸ ਸਟੂਡੈਂਟਸ। ਬੇਟਾ ਆਪਾਂ ਚੈਪਟਰ 5 ਦੇ ਇੰਪੋਰਟੈਂਟ ਕੁਐਸਚਨਸ ਕਰਨੇ ਸ਼ੁਰੂ ਕੀਤੇ ਹੋਏ ਸੀ। ਪਾਰਟ 1 ਤੁਸੀਂ ਦੇਖ ਲਿਆ ਹੋਊਗਾ ਤੇ ਸਾਰੇ ਸਮਸ ਤੁਸੀਂ ਖੁਦ ਸੋਲਵ ਕਰਕੇ ਵੀ ਦੇਖ ਲਏ ਹੋਣਗੇ। ਠੀਕ ਹੈ, ਤੇ ਹੁਣ ਬੇਟਾ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੇ ਕੁਐਸਚਨਸ ਰਹਿ ਗਏ ਸੀ, ਹੋਰ ਇੰਪੋਰਟੈਂਟ ਕੁਐਸਚਨਸ ਜੋ ਰਹਿ ਗਏ ਸੀ ਉਹਨਾਂ ਨੂੰ ਸੋਲਵ ਕਰਾਂਗੇ। ਤਾਂ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਤੇ। ਜੇ ਤੁਹਾਨੂੰ ਪਹਿਲੀ ਵੀਡੀਓ ਤੁਸੀਂ ਬਹੁਤ ਧਿਆਨ ਨਾਲ ਦੇਖੀ ਹੈ ਤਾਂ ਤੁਹਾਨੂੰ ਪਤਾ ਹੋਊਗਾ ਕਿ ਇਸ ਸਮ ਤੱਕ 4th ਸਮ ਤੱਕ ਆਪਾਂ ਡਨ ਕਰ ਚੁੱਕੇ ਹਾਂ ਸਾਰੇ ਕੁਐਸਚਨਸ। ਹੁਣ ਆਪਾਂ ਸ਼ੁਰੂ ਕਰਨਾ ਹੈ ਬੇਟਾ ਜੀ 5th ਕੁਐਸਚਨ। 5th ਕੁਐਸਚਨ ਹੈ, ਉਹ ਏਪੀ ਪਤਾ ਕਰੋ ਜਿਸ ਦਾ ਤੀਸਰਾ ਪਦ 9 ਹੈ ਅਤੇ 7ਵਾਂ ਪਦ 21 ਹੈ। ਮਤਲਬ ਫਾਈਂਡ ਏਪੀ ਜਾਂ ਰਾਈਟ ਐਨ ਏਪੀ whose third term is 9 ਐਂਡ 7th ਟਰਮ ਇਜ਼ 21। ਤਾਂ ਜੋ ਗਿਵਨ ਹੈ ਬੇਟਾ ਪਹਿਲਾਂ ਆਪਾਂ ਉਸ ਨੂੰ ਲਿਖ ਲਿਆ A3। ਤਾਂ A3 ਦਾ ਫਾਰਮੂਲਾ ਕੀ ਹੋਏਗਾ A + 3 - 1D। ਠੀਕ ਹੈ ਜੀ, ਤਾਂ ਇਹ ਬਣ ਗਿਆ A + 2D। ਇਹਨੂੰ ਨੰਬਰ 1 ਇਕੁਏਸ਼ਨ ਦੇ ਕੇ ਛੱਡ ਦਿਓ। ਫਿਰ ਹੈਗਾ A7। ਹੁਣ A7 ਜਿਹੜਾ 21 ਹੈ ਇਹਨੂੰ ਕਿਵੇਂ ਲਿਖਾਂਗੇ A + 7 - 1D। ਤੁਸੀਂ ਇਹਨੂੰ ਲਿਖ ਹੀ ਇੱਦਾਂ ਲਿਆ ਕਰੋ, ਮਤਲਬ ਇੱਕ ਦੂਜੇ ਤੋਂ ਥੋੜ੍ਹਾ ਦੂਰ ਲਿਖ ਲਿਆ ਕਰੋ ਜੋ ਗਿਵਨ ਕੰਡੀਸ਼ਨ ਹੈ, ਫਿਰ ਦੋਨੋਂ ਅਲੱਗ-ਅਲੱਗ ਸੋਲਵ ਹੋ ਜਾਂਦੇ ਨੇ। ਠੀਕ ਹੈ, ਤਾਂ ਇੱਥੇ ਆ ਜਾਊਗਾ A + 6D = 21। ਇਹਨੂੰ ਨੰਬਰ ਦੇ ਦਿਓ 2। ਤਾਂ ਹੁਣ ਆਪਣੇ ਕੋਲ ਦੋ ਇਕੁਏਸ਼ਨਸ ਬਣ ਗਈਆਂ ਬੇਟਾ, ਇਹਨਾਂ ਨੂੰ ਆਪਾਂ ਸੋਲਵ ਕਰਨਾ ਹੈ। ਕਿਹੜੇ ਮੈਥਡ ਨਾਲ? ਐਲੀਮੀਨੇਟਿੰਗ ਮੈਥਡ, ਵਿਲੋਪਨ ਵਿਧੀ। ਮਤਲਬ ਇਹਦੇ ਵਿੱਚੋਂ ਪਹਿਲਾਂ ਆਪਾਂ A ਨੂੰ ਵਿਲੋਪ ਖਤਮ ਕਰਾਂਗੇ। ਇੱਕ ਦੂਜੇ ਦੇ ਨੀਚੇ ਲਿਖੀਆਂ ਇਕੁਏਸ਼ਨਸ, ਸਾਈਨ ਚੇਂਜ, A ਕੈਂਸਲ, 6 ਪਲੱਸ ਦਾ ਬੇਟਾ 2 ਮਾਈਨਸ ਦਾ ਕਿੰਨਾ ਆ ਜਾਏਗਾ ਪਲੱਸ ਦਾ 4D। ਹੁਣ 21 ਦੇ ਵਿੱਚੋਂ ਆਪਾਂ ਨੇ 9 ਘਟਾਉਣਾ ਹੈ, ਇਹ ਕਿੰਨਾ ਆਨਸਰ ਆ ਜਾਏਗਾ ਬੇਟਾ ਆਪਣੇ ਕੋਲੇ 12। ਤਾਂ D ਕਿੰਨਾ ਆ ਗਿਆ 12/4 3। ਇਹਨੂੰ ਕਿਸੇ ਇਕੁਏਸ਼ਨ 'ਚ ਪੁੱਟ ਕਰੋ। ਫਸਟ 'ਚ ਪੁੱਟ ਕਰਦੇ ਹਾਂ ਤਾਂ A + 2D ਦੀ ਥਾਂ 'ਤੇ ਆਪਾਂ 3 ਪੁੱਟ ਕਰਤਾ = 9। 3 ਦੂਣੀ 6। ਤਾਂ A ਦਾ ਆਨਸਰ ਕਿੰਨਾ ਆ ਗਿਆ ਬੇਟਾ ਜੀ 9 ਚੋਂ 6 ਘਟਾਏ 3। ਤਾਂ A ਵੀ ਆ ਗਿਆ, D ਵੀ ਆਪਾਂ ਨੂੰ ਪਤਾ ਚੱਲ ਗਿਆ। ਤੇ ਹੁਣ ਲਿਖਣੀ ਕੀ ਹੈ AP। ਤਾਂ AP ਕੀ ਹੁੰਦਾ ਬੇਟਾ? ਪਹਿਲਾਂ A, ਫਿਰ A ਦੇ ਵਿੱਚ D ਪਲੱਸ ਕਰਨੀ ਹੈ 6, ਫਿਰ ਜੋ A2 ਆ ਗਈ ਆਪਣੇ ਕੋਲੇ, ਦੂਜੀ ਰਕਮ ਆ ਗਈ ਉਹਦੇ ਵਿੱਚ D ਪਲੱਸ ਕਰਨੀ ਹੈ ਐਂਡ ਸੋ। ਠੀਕ ਹੈ ਜੀ, ਸੌਖਾ ਸਮ ਸੀ। AP ਹੀ ਲਿਖਣੀ ਸੀ ਆਪਾਂ ਨੇ। A ਤੇ D ਫਾਈਂਡ ਕੀਤੇ ਤੇ ਉਸ ਤੋਂ ਬਾਅਦ ਆਪਾਂ ਆਪਣੀ AP ਲਿਖ ਦਿੱਤੀ। ਹਾਂਜੀ, ਉਸ ਤੋਂ ਬਾਅਦ ਹੈ ਸਮ ਬੇਟਾ, 2 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ 3 ਨਾਲ ਵੰਡੀਆਂ ਜਾਂਦੀਆਂ ਹਨ? 2 ਅੰਕਾਂ ਵਾਲੀਆਂ ਮਤਲਬ 2 ਡਿਜਿਟ ਨੰਬਰਸ ਪਤਾ ਕਰਨੇ ਆ ਆਪਾਂ, ਜਿਹੜੇ ਡਿਵੀਜ਼ੀਬਲ ਬਾਏ 3 ਨੇ, ਵੀ ਉਹ ਕਿੰਨੀਆਂ ਨੇ? ਤਾਂ 2 ਡਿਜਿਟ ਨੰਬਰਸ ਡਿਵੀਜ਼ੀਬਲ ਬਾਏ 3। ਤਾਂ ਪਹਿਲਾਂ ਆਪਾਂ ਨੂੰ AP ਲਿਖਣੀ ਪਊਗੀ ਵੀ ਜਿਹੜੇ 3 ਨਾਲ ਵੰਡੀਆਂ ਜਾਂਦੀਆਂ ਨੇ, 2 ਡਿਜਿਟ ਦੀਆਂ ਨੇ। ਆਪਾਂ ਨੂੰ ਥੋੜ੍ਹੇ ਜਿਹੇ ਲੱਭਣੇ ਪੈਣਗੇ ਖੁਦ, ਫਿਰ ਆਪਾਂ ਲੱਭ ਸਕਦੇ ਹਾਂ ਕਿ ਉਹ ਗਿਣਤੀ ਵਿੱਚ ਕਿੰਨੀਆਂ ਨੇ। ਤਾਂ ਸਭ ਤੋਂ ਪਹਿਲਾਂ ਬੇਟਾ 2 ਡਿਜਿਟ ਨੰਬਰ, 2 ਅੰਕਾਂ ਵਾਲੀਆਂ ਸੰਖਿਆਵਾਂ 10 ਤੋਂ ਸ਼ੁਰੂ ਹੁੰਦੀਆਂ ਨੇ ਤੇ 99 ਤੱਕ ਜਾਂਦੀਆਂ ਨੇ, ਕਿਉਂਕਿ 10 ਤੋਂ ਪਹਿਲਾਂ 9 8 7 ਇਹ 1 ਅੰਕ ਵਾਲੇ ਨੇ, 99 ਤੋਂ ਬਾਅਦ 100 ਇਹ 3 ਅੰਕਾਂ ਵਾਲੀਆਂ ਸ਼ੁਰੂ ਹੋ ਜਾਂਦੀਆਂ ਨੇ। ਠੀਕ ਹੈ, ਤਾਂ 2 ਡਿਜਿਟ ਨੰਬਰਸ ਡਿਵੀਜ਼ੀਬਲ ਬਾਏ 3 ਦੇ ਵਿੱਚ ਪਹਿਲਾ ਅੱਖਰ ਕੌਣ ਆਏਗਾ ਬੇਟਾ ਜੀ 12, ਕਿਉਂਕਿ 10 ਤੋਂ ਬਾਅਦ 11 ਤੇ 12, 10 ਤੇ 11 ਤਾਂ 3 ਦੇ ਟੇਬਲ 'ਤੇ ਜਾਂਦੇ ਨਹੀਂ, 12 ਜਾਂਦਾ। 12 ਤੋਂ ਬਾਅਦ ਫਿਰ ਕੌਣ ਹੋਊਗਾ 15 18 ਐਂਡ ਸੋ ਔਨ। ਫਿਰ 99 ਤੱਕ ਵੀ ਦੇਖਣਾ ਆਪਾਂ। 2 ਡਿਜਿਟ ਨੰਬਰ ਜਿਹੜਾ ਡਿਵੀਜ਼ੀਬਲ ਬਾਏ 3 ਹੈ ਤਾਂ 99 ਵੀ ਡਿਵੀਜ਼ੀਬਲ ਬਾਏ 3 ਹੈਗਾ। ਤਾਂ ਇਹ ਆਪਣੇ ਕੋਲ AP ਬਣ ਚੁੱਕੀ ਹੈ। ਆਪਾਂ ਇਸ ਦੇ ਵਿੱਚੋਂ N ਨੰਬਰ ਆਫ ਟਰਮਸ ਫਾਈਂਡ ਕਰਨਾ ਵੀ ਇਹ ਕਿੰਨੀਆਂ ਸੰਖਿਆਵਾਂ ਨੇ। ਠੀਕ ਹੈ, ਤਾਂ A ਕਿੰਨਾ ਆਇਆ ਬੇਟਾ ਆਪਣੇ ਕੋਲੇ 12। D ਕੀ ਹੁੰਦਾ A2 - A1, 15 - 12 3 ਦਾ ਫਰਕ ਹੈ। ਤੇ AN ਲਾਸਟ ਟਰਮ ਆਪਣੇ ਕੋਲ ਕਿੰਨੀ ਹੈ ਬੱਚੇ 99। ਤਾਂ ਜਦੋਂ ਲਾਸਟ ਟਰਮ ਪਤਾ ਹੈ ਤਾਂ ਉਸ ਦਾ ਫਾਰਮੂਲਾ ਲਿਖਾਂਗੇ A + N - 1D। ਜਿਹੜੀਆਂ ਵੈਲਿਊਜ਼ ਪਤਾ ਨੇ ਪੁੱਟ ਕਰ ਦਿਓ। N ਤਾਂ ਆਪਾਂ ਨੂੰ ਪਤਾ ਨਹੀਂ, ਇਹ ਪਤਾ ਕਰਨੀ ਹੈ ਕਿੰਨੀਆਂ ਟਰਮਸ ਨੇ।
ਤਾਂ n ਮਾਈਨਸ 1 ਇੰਟੂ 3 ਲੈਫਟ ਸਾਈਡ 'ਤੇ ਰਹਿ ਗਿਆ, 12 ਮਾਈਨਸ ਹੋ ਗਿਆ। ਨਾਓ ਇਹਨੂੰ ਲਿਖੋ, 99 ਚੋਂ 12 ਗਏ ਕਿੰਨਾ ਆ ਗਿਆ ਜੀ 87। ਜਿਹੜੇ 3 ਨਾਲ ਮਲਟੀਪਲਾਈ ਹੋ ਰਿਹਾ ਲੈਫਟ ਸਾਈਡ 'ਤੇ ਉਹਦੇ ਨਾਲ ਡਿਵਾਈਡ ਕਰ ਦੇਣਾ। ਘਟਾ ਲਓ 3 ਦੇ ਟੇਬਲ 'ਤੇ, ਇਹ ਆ ਜਾਏਗਾ 29। ਜਦੋਂ ਮਾਈਨਸ ਦਾ 1 ਆਪਾਂ ਉੱਧਰ ਲੈ ਕੇ ਜਾਵਾਂਗੇ ਹੋ ਜਾਏਗਾ +1। ਤਾਂ n ਦੀ ਵੈਲਿਊ ਕਿੰਨੀ ਆ ਗਈ ਰਾਜੇ 30। ਇਹਦਾ ਮਤਲਬ देयर आर 30 टर्म्स 32 डिजिट नंबर्स कहांगे उरे 2 डिजिट नंबर्स टर्म्स नहीं विच आर डिविजिबल बाय 3। पंजाबी च लिखोगे कि 2 अंकां वालियां 3 नाल भाजयोग संख्यावां गिणती विच 30 हैं। ठीक है बेटा, ये समझ आ गया। देखो आपां नूं की दिता होया सी कि 2 डिजिट नंबर 2 अंकां वालियां संख्यावां देखणियां ने ਜਿਹੜੀਆਂ 3 ਦੇ ਪਹਾੜੇ 'ਤੇ ਆਉਂਦੀਆਂ ਹੋਣ। ਪਹਿਲਾਂ ਆਪਾਂ AP ਲਿਖੀ, ਉਸ ਤੋਂ ਬਾਅਦ ਆਪਾਂ ਉਹਦੇ ਵਿੱਚੋਂ n ਫਾਈਂਡ ਕਰ ਲਿਆ। ਠੀਕ ਹੈ ਜੀ। ਹੁਣ ਦੇਖੋ ਨੈਕਸਟ ਕੁਐਸਚਨ ਕੀ ਹੈ। ਨੈਕਸਟ ਕੁਐਸਚਨ ਬੁੱਕ ਦੇ ਵਿੱਚੋਂ ਹੀ ਹੈ ਤੁਹਾਡੇ। 10 ਅਤੇ 250 ਦੇ ਵਿਚਕਾਰ 4 ਦੇ ਕਿੰਨੇ ਗੁਣਜ ਹਨ। ਹਾਊ ਮੈਨੀ ਮਲਟੀਪਲਸ ਆਫ 4। ਮਲਟੀਪਲਸ ਲੱਭਣੇ ਨੇ ਆਪਾਂ ਵੀ 4 ਦੇ, ਜਿਹੜੇ ਕਿਹਦੇ ਵਿਚਕਾਰ ਆਉਂਦੇ ਨੇ ਜੀ 10 ਅਤੇ 250 ਦੇ। ਤਾਂ ਸੇਮ ਗੱਲ ਬੇਟਾ ਪਹਿਲਾਂ ਆਪਾਂ ਨੂੰ AP ਲਿਖਣੀ ਪੈਣੀ ਹੈ। ਤਾਂ AP ਕੀ ਬਣੇਗੀ 10 ਤੋਂ ਬਾਅਦ ਉਹ ਡਿਜਿਟ ਲੱਭੋ ਜਿਹੜਾ 4 ਦੇ ਟੇਬਲ 'ਤੇ ਆਉਂਦਾ। ਕਿਹੜਾ ਆਏਗਾ 12, ਫਿਰ ਕਿਹੜਾ ਆਏਗਾ 16, ਫਿਰ 20। ਤਾਂ ਇੱਦਾਂ ਆਪਣੀ AP ਚੱਲ ਪਈ। ਆਪਾਂ ਕਿੱਥੇ ਤੱਕ ਲਿਖਣੇ ਆ 250 ਤੱਕ। ਹੁਣ 250 ਕੀ ਇਹ 4 ਦੇ ਟੇਬਲ 'ਤੇ ਜਾਏਗਾ, ਚੈੱਕ ਕਰੋ। नहीं जी, ਇਹ 4 ਦੇ ਟੇਬਲ 'ਤੇ ਨਹੀਂ ਜਾਂਦਾ। ਤਾਂ ਆਪਣੇ ਕੋਲੇ ਕਿੰਨਾ ਬਾਕੀ ਬਚਦਾ ਹੈ 2 ਬਾਕੀ ਬਚਦਾ। ਤਾਂ ਜਿਹੜਾ ਹੈਗਾ ਆਪਣੇ ਕੋਲੇ ਜਿਹਨੂੰ ਆਪਾਂ ਨੇ ਪਤਾ ਕਰਨਾ ਵੀ ਕਿਹੜਾ ਅੱਖਰ 4 ਦੇ ਪਹਾੜੇ 'ਤੇ ਜਾਊਗਾ, ਉਹਦੇ ਵਿੱਚੋਂ 2 ਜਿਹੜਾ ਰਿਮਾਈਂਡਰ ਬਚਿਆ ਉਹਨੂੰ ਮਾਈਨਸ ਕਰ ਦਿਓ। ਇਹ ਆ ਜਾਏਗਾ 248। ਤਾਂ ਆਪਣੇ ਕੋਲੇ ਲਾਸਟ ਟਰਮ ਆਏਗੀ 248। ਅੱਛਾ ਇੱਕ ਵਾਰ ਦੁਬਾਰਾ ਸੁਣੋ ਜੇ ਪਹਿਲੀ ਵਾਰ ਨਹੀਂ ਸਮਝ ਆਇਆ। ਲਾਸਟ ਜਿਹੜਾ ਸੀ ਬੇਟਾ 250 ਤੱਕ ਜਾਣਾ ਸੀ ਆਪਾਂ, ਪਰ 250 ਸੀ ਜਿਹੜਾ ਉਹ 4 ਦੇ ਪਹਾੜੇ 'ਤੇ ਜਾਂਦਾ ਨਹੀਂ ਸੀ। ਕੱਲੇ ਨੂੰ ਡਿਵਾਈਡ ਕਰਨ ਨਾਲੋਂ ਬੈਟਰ ਹੁੰਦਾ ਕਿ ਉਸ 250 ਨੂੰ ਹੀ ਆਪਾਂ ਡਿਵਾਈਡ ਕਰ ਲਓ, ਜੋ ਬਾਕੀ ਬਚੇਗਾ ਉਹਨੂੰ ਘਟਾ ਦਿਓ। ਠੀਕ ਹੈ। ਤਾਂ ਜਿਹੜਾ ਆਨਸਰ ਆਏਗਾ ਘਟਾਉਣ ਤੋਂ ਬਾਅਦ ਉਹ 4 ਦੇ ਟੇਬਲ 'ਤੇ ਜਾਂਦਾ ਹੋਊਗਾ। ਠੀਕ ਹੈ ਜੀ। ਤਾਂ ਇੱਥੋਂ ਇਹ ਆਪਣੇ ਕੋਲ ਕਿੰਨਾ ਆ ਗਿਆ 12। D ਵੈਸੇ ਕੱਢਣ ਦੀ ਲੋੜ ਹੀ ਨਹੀਂ ਹੈ, ਆਪਾਂ ਨੂੰ ਪਤਾ 4 ਦਾ ਟੇਬਲ ਲਿਖ ਰਹੇ ਹਾਂ ਤਾਂ D 4 ਹੈ। AN ਕਿੰਨਾ 248। ਹੁਣ ਇੱਥੋਂ AN ਜਦੋਂ ਆ ਗਿਆ ਤਾਂ AN ਦਾ ਹੀ ਫਾਰਮੂਲਾ ਲਗਾਵਾਂਗੇ ਆਪਾਂ, A + n - 1 D। ਤਾਂ A ਦੀ ਵੈਲਿਊ D ਦੀ ਵੈਲਿਊ ਠੀਕ ਹੈ ਪੁੱਟ ਕਰ ਦਿੱਤੀ। ਹਾਂਜੀ n - 1 × 4 ਆਪਾਂ ਲੈਫਟ 'ਤੇ ਰੱਖਿਆ। ਇਹ ਤਾਂ ਰਫ ਵਰਕ ਸੀ। ਠੀਕ ਹੈ। -12 12 ਮਾਈਨਸ ਕਰੋ 236। ਤਾਂ ਇੱਥੇ ਆ ਜਾਏਗਾ 236 ਓਵਰ ਕਿੰਨਾ ਆ ਗਿਆ ਜੀ 4। ਘਟਾਓ ਇਹਨੂੰ। ਤਾਂ n ਕਿੰਨਾ ਆ ਗਿਆ ਬੇਟਾ 59 + 1 60। ਤਾਂ 4 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ ਨੇ ਜਿਹੜੀਆਂ 10 ਤੋਂ 200 4 ਅੰਕਾਂ ਵਾਲੀਆਂ ਨਹੀਂ, 4 'ਤੇ ਭਾਗ ਹੋਣ ਵਾਲੀਆਂ, 4 ਦੇ ਮਲਟੀਪਲਸ। ਠੀਕ ਹੈ। ਤਾਂ ਉਹ ਆਪਾਂ ਨੂੰ ਲੱਭ ਗਿਆ 60। ਅੱਛਾ ਜੇ ਹੁਣ ਕਿਸੇ ਨੂੰ ਇਹ 236/4 ਕਟਾਉਣ 'ਚ ਪ੍ਰੋਬਲਮ ਆਉਂਦੀ ਹੈ ਤਾਂ ਪਹਿਲਾਂ ਇਹਨੂੰ 2 ਦੇ ਪਹਾੜੇ 'ਤੇ ਕਟਾ ਲਓ। ਠੀਕ ਹੈ। ਜੇ ਆਪਾਂ ਨੂੰ ਲੱਗਦਾ ਵੀ ਜ਼ਿਆਦਾ ਵੱਡਾ ਆਪਾਂ ਤੋਂ ਨਹੀਂ ਡਿਵਾਈਡ ਹੋ ਰਿਹਾ ਤਾਂ ਦੇਖੋ ਪਹਿਲਾਂ 2 ਦੇ ਪਹਾੜੇ 'ਤੇ ਕਟਾ ਲਿਆ, ਫਿਰ ਦੁਬਾਰਾ ਇਹਨੂੰ ਫਿਰ 2 ਦੇ ਪਹਾੜੇ 'ਤੇ ਕਟਾ ਲਓ। ਠੀਕ ਹੈ। ਐਵੇਂ ਵੀ ਕਰ ਸਕਦੇ ਹੋ ਜਾਂ ਫਿਰ ਐਦਾਂ ਕਰਕੇ ਵੀ ਡਿਵਾਈਡ ਕਰ ਸਕਦੇ ਹੋ। ਠੀਕ ਹੈ ਬੇਟਾ, ਇਹ ਕੁਐਸਚਨ ਸਮਝ ਆ ਗਿਆ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਹਾਂਜੀ ਤਾਂ ਨੈਕਸਟ ਕੁਐਸਚਨ ਹੈ ਬੇਟਾ AP ਦੇ ਪਹਿਲੇ 24 ਪਦਾਂ ਦਾ ਜੋੜ ਪਤਾ ਕਰਨਾ ਹੈ। ਸਮ ਆਫ ਫਸਟ 24 ਟਰਮਸ। nth ਟਰਮ ਆਪਾਂ ਨੂੰ ਦਿੱਤੀ ਹੋਈ ਹੈ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਇੱਥੋਂ ਹੀ ਕਰਾਂਗੇ ਕਿ ਸਾਨੂੰ nth ਟਰਮ ਪਤਾ ਹੈ। ਹੁਣ ਜਦੋਂ nth ਟਰਮ ਪਤਾ ਹੈ ਤਾਂ ਇੱਥੋਂ ਆਪਾਂ AP ਲਿਖ ਸਕਦੇ ਹਾਂ। ਕਿੱਦਾਂ ਬੇਟਾ, ਆਪਾਂ ਨੂੰ ਅਖੀਰਲੀ ਰਕਮ ਪਤਾ ਹੈ ਜੇ ਉਹਦੇ ਵਿੱਚ n ਨੂੰ 1 ਭਰ ਦਾਂਗੇ ਤਾਂ ਉਹ ਪਹਿਲੀ ਟਰਮ ਆ ਜਾਏਗੀ।
देखो 1 भरिया आपां n की जगह ते, तो जिहड़ा 5 आया बेटे वो फस्ट टर्म है। हुण जदों आपां n नूं 2 पुट करदे हां तो वो की आएगा A2 मतलब दूजी रकम, AP दी सैकेंड टर्म। देखो 7 आ गई AP दी सैकेंड टर्म। हुण आपां 1 3 तो लिखनी ही पैणगियां है ना, तां ही AP सोहनी लगेगी लिखी हुई। हुण n नूं 3 पुट कर लो तो ये आ जूगी अपने कोले A3। कितना आंसर आएगा? 3 दूनी 6 प्लस 3 इक्वल टू हो गया 9। सो आपां AP लिख चुके हैं बेटा। देखो फस्ट टर्म कितनी आई सी 5, सैकेंड टर्म कितनी आई है 7, थर्ड कितनी आई है 9, तो अपने कोल AP बन गई। किवें बेटा? देखो आपां नूं कोई AP का कोई टर्म नहीं सी पता, सिर्फ लास्ट वाली टर्म पता सी जिहड़ी nth है जरनल है। तो उस टर्म दे विच आपां जदों 1 2 3 इदां भरिया तो अपने कोले फस्ट सैकेंड थर्ड इदां टर्म्स आउणियां शुरू हो गईयां। ठीक है, तो हुण आपां देखो इहदा पता की करना है, 24 पदां दा जोड़। चलो AP आ चुकी है, n 24 दिता होया, A 5 है, तो D कितनी है बेटा A2 माइनस A1 करके देख लांगे। 7 माइनस 5 कितनी आ गई 2। हुण A भी पता है, D भी पता है, N भी पता है, तो आपां सम का फार्मूला लगा सकते हैं। n ओवर 2 2A प्लस n माइनस 1 इंटू D। हाँ जी, n कितना सी 24, A कितना आपां ने फाइंड किया है 5, n 24 तो D कितना है 2। 2 दे टेबल ते देखो 24 कट गया, अपने कोल आ गया 12, ब्रैकेट दे अंदर 5 दूनी 10, इत्थे 24 चों 1 घटावांगे कितना आ गया 23, 23 नूं 2 नाल गुणा करांगे कितना आ जूगा 46। हाँ जी, तो बेटा इहनूं फिर आपां प्लस करना ब्रैकेट वालियां नूं, 46 च 10 जोड़ांगे 56। हुण 56 नूं 12 नाल मल्टीप्लाई करो, ठीक है, मल्टीप्लाई करके अपने को आंसर आ गया बेटा 672। ठीक है जी, सम समझ आ गया है की सम सीगा? आपां नूं एक AP दी nth टर्म दिती हुई सी, उस विच आपां पहला 1 2 3 इदां पुट करके AP दीयां टर्म्स बनाईयां, फस्ट 3 टर्म्स लिखियां, फिर उस तो बाद आपां जिन्नियां टर्म्स का सम कहा सी बेटा वो फाइंड किया। ठीक है जी, हाँ जी, नैक्सट सम हैगे ने बेटा, देखो इत्थे तक आपां कर लिया सी 7th तक। 8th दे जिहड़े पहले 2 पार्ट्स ने वो सिंपल पार्ट्स ने, वो पहलां भी आपां कर चुके हैं। सिर्फ आपां नूं AP गिवन है तो टर्म्स गिवन है, किन्नियां दा जोड़ पता करना है, तुसीं सिर्फ जोड़ वाले फार्मूले दे विच पुट करना है। ठीक है जी, इहदी प्रैक्टिस कर लिओ। थर्ड पार्ट आपां सॉल्व कर रहे हैं क्योंकि वो थोड़ा अलग है। अलग क्यों है हुणे तुहानूं पता लग जाएगा। देखो किस तरह की AP गिवन है, प्लस प्लस पा के दिता होया। हुण इहनूं पहलां एनालाइज करो, मतलब इहनूं ध्यान नाल देखो तुहाडे कोले की है। तुहाडे कोल देखो A है फस्ट टर्म, तुसीं D लिख सकते हो A2 माइनस A1 करके 32 माइनस 34। हुण छोटी रकम दे विचों वड्डी रकम घटा रहे हो, किहदा आऊगा D माइनस का। तो जो बेटा ये 10 लिखिया, कई बच्चे इहनूं गलत लिख जाते हैं कि यह नंबर ऑफ टर्म्स है, ये n है। ठीक है, कई बच्चे इदां समझ जाते हैं, पर तुसीं इत्थे ध्यान देना बेटा कि प्लस प्लस पा के जिहड़ी है ये सीरीज़ अगे चल रही है। हुण जे प्लस प्लस पा के चल रही है, मतलब ये 34 तो शुरू हुई सी ते 10 तक जा रही है, तो ये बेटा n नहीं है, ये थोड़ी लास्ट टर्म है। ठीक है, तो ये AN होगी। जे इत्थे कॉमा कॉमा पा के इत्थे 10 टर्म्स लिखिया हुंदा फिर तां आपां नूं टर्म्स मनदे, पर इहदे विच प्लस प्लस पा के अपनी जिहड़ी AP आ वो खत्म की गई है। इट मीनस तुहाडी AP 34 तो शुरू होकर 10 तक जा रही है। इत्थे तक क्लीयर हो गया बेटा। हुण इहने इहदा सम कड्ढण लई कहा क्योंकि प्लस प्लस पाया होया, तो सब तो पहलां आपां नूं की पता होना चाहिए सम कड्ढण दे लई? नंबर ऑफ टर्म्स। तो नंबर ऑफ टर्म्स कित्थों आएगा? क्योंकि आपां नूं AN लास्ट टर्म दिती हुई है, तो AN का फार्मूला है A प्लस N माइनस 1D। ये सारिया वैल्यूज़ भरो। A हैगा 34,
n ਤੁਹਾਡੇ ਕੋਲ नहीं है, d ਨੈਗੇਟਿਵ ਹੋਣ ਕਰਕੇ ਤੁਸੀਂ ਬ੍ਰੈਕਟ ਦੇ ਵਿੱਚ ਰੱਖੋਗੇ। ਤਾਂ n -1 इंटू -2 ਇਹ ਜਿਹੜਾ 34 ਹੈ ਇਹਨੂੰ ਰਾਈਟ ਸਾਈਡ ਤੇ ਲੈ ਕੇ ਜਾਵਾਂਗੇ। n -1 इंटू -2 10 ਚੋਂ 34 ਘਟਾਉਣੇ ਬੇਟਾ, ਇੱਕ ਨੈਗੇਟਿਵ ਟਰਮ ਹੈ ਇੱਕ ਪੋਜ਼ਿਟਿਵ ਟਰਮ ਹੈ, ਹੋਣਾ ਤਾਂ ਘਟਾਓ ਹੀ ਹੈ ਤੇ ਨਿਸ਼ਾਨੀ ਵੱਡੇ ਅੱਖਰ ਦੀ ਲੱਗਣੀ ਹੈ। ਤਾਂ -24 ਬਟੇ ਕਿੰਨਾ ਆ ਗਿਆ ਮਾਈਨਸ ਦਾ 2, ਮਾਈਨਸ ਮਾਈਨਸ ਕੈਂਸਲ। ਤਾਂ ਇਹ ਗੱਲ ਹਮੇਸ਼ਾ ਧਿਆਨ 'ਚ ਰੱਖਣੀ ਹੈ ਕਿ ਜੋ n ਹੁੰਦਾ ਉਹ ਨੰਬਰ ਆਫ ਟਰਮਸ ਹੈ ਤੇ ਉਹ ਕਦੇ ਵੀ ਨੈਗੇਟਿਵ ਨਹੀਂ ਹੋ ਸਕਦਾ। ਤਾਂ n ਕਿੰਨਾ ਆ ਗਿਆ ਆਪਣੇ ਕੋਲੇ 13। ਤਾਂ ਇਹਦਾ ਮਤਲਬ ਜੋ AP ਦਿੱਤੀ ਹੋਈ ਸੀ ਉਹਦੇ ਵਿੱਚ ਨੰਬਰ ਆਫ ਟਰਮਸ ਕਿੰਨੀਆਂ ਨੇ 13। ਤੇ ਆਪਾਂ ਨੂੰ ਕੀ ਕਿਹਾ ਗਿਆ ਸੀ ਇਹਨਾਂ ਦਾ ਸਮ ਕੱਢਣਾ। ਤਾਂ ਇੱਥੇ ਸਮ ਦਾ ਫਾਰਮੂਲਾ ਕਿਹੜਾ ਲਗਾਉਂਗੇ, ਇਹ ਜੇ ਸਮਸ ਦੇ ਵਿੱਚ ਬੇਟਾ ਆਪਾਂ ਫਾਰਮੂਲਾ ਲਗਾਉਣੇ ਹੁੰਦੇ ਆ ਇਹ ਵਾਲਾ ਸ਼ਾਰਟ ਫਾਰਮੂਲਾ, ਕਿਉਂਕਿ ਆਪਾਂ ਨੂੰ ਫਸਟ ਟਰਮ ਵੀ ਪਤਾ ਹੈ ਆਪਾਂ ਨੂੰ ਲਾਸਟ ਟਰਮ ਵੀ ਪਤਾ ਹੈ। ਠੀਕ ਹੈ ਜੀ, ਹੁਣ ਇਹਦੇ ਵਿੱਚ ਵੈਲਿਊਜ਼ ਭਰੋ। n ਆਪਣਾ 13 ਫਾਈਂਡ ਕੀਤਾ, ਤਾਂ AP ਦੇ ਵਿੱਚ A ਕਿੰਨੀ ਸੀ 34 ਤੇ ਲਾਸਟ ਟਰਮ ਕਿੰਨੀ ਸੀ 10। ਠੀਕ ਹੈ, ਦੋਨੋਂ ਟਰਮਸ ਆਪਾਂ ਨੂੰ ਪਤਾ ਸੀ। ਤਾਂ 13/2 ਹੁਣ 34 ਦੇ ਵਿੱਚ 10 ਜੋੜਾਂਗੇ ਕਿੰਨਾ ਆ ਗਿਆ 44। 2 ਦੇ ਟੇਬਲ ਤੇ 44 ਨੂੰ ਕੱਟ ਲਓ। ਤੇ ਕੀ ਰਕਮਾਂ ਬਚ ਗਈਆਂ ਆਪਣੇ ਕੋਲੇ 13 ਤੇ 22, ਇਹਨਾਂ ਨੂੰ ਹੁਣ ਗੁਣਾ ਕਰਨਾ। ਤਾਂ ਇਹਨਾਂ ਦਾ ਆਨਸਰ ਆ ਜਾਏਗਾ ਬੇਟਾ, ਹੁਣ ਦੇਖੋ ਇੱਥੇ ਮੈਂ ਤੁਹਾਨੂੰ ਟ੍ਰਿਕ ਦੱਸੂਗੀ ਮੈਂ ਗੁਣਾ ਕਿਵੇਂ ਕੀਤੀ ਇੰਨੀ ਛੇਤੀ। ਤਾਂ ਸਭ ਤੋਂ ਪਹਿਲਾਂ ਤੁਸੀਂ 22 ਨੂੰ 13 ਨਾਲ ਗੁਣਾ ਕਰਕੇ ਦੇਖੋ ਵੀ ਇੰਨਾ ਹੀ ਆਨਸਰ ਆਉਂਦਾ। ਦੇਖੋ ਉਹੀ ਆਨਸਰ ਆਇਆ ਜੋ ਮੈਂ ਲਿਖਿਆ। ਹੁਣ ਇੱਥੇ ਸਮਝੋ ਮੈਂ ਟ੍ਰਿਕ ਕੀ ਵਰਤੀ। ਆਪਣੇ ਕੋਲ ਸੀਗੀਆਂ ਰਕਮਾਂ 13 ਤੇ 22 ਦੀ ਗੁਣਾ ਕਰਨੀ ਸੀ, ਮੈਂ 13 ਨੂੰ 2 ਨਾਲ ਗੁਣਾ ਕਰ ਲਈ ਤੇ 11 ਰਿਜ਼ਰਵ 'ਚ ਰੱਖ ਲਿਆ। 13 ਦੂਣਾ ਕਿੰਨਾ ਹੋ ਗਿਆ 26। ਤਾਂ 26 ਨੂੰ 11 ਨਾਲ ਗੁਣਾ ਮੈਂ ਕੱਲ ਹੀ ਦੱਸੀ ਸੀ ਨਾ ਵੀ 11 ਨਾਲ ਗੁਣਾ ਕਿਵੇਂ ਕਰੀਦੀ ਹੈ। ਪਹਿਲਾਂ ਰਕਮ ਲਿਖ ਲਓ, ਫਿਰ ਇੱਕ ਡਿਜਿਟ ਛੱਡ ਕੇ ਰਕਮ ਲਿਖ ਲਓ, ਉਹ 11 ਨਾਲ ਗੁਣਾ ਹੋ ਜਾਂਦੀ ਹੈ, ਫਿਰ ਉਸ ਨੂੰ ਜੋੜ ਲਓ 6 8 2। ਤਾਂ ਇੱਦਾਂ ਆਪਾਂ ਨੇ ਬੜੀ ਹੀ ਫਾਸਟ ਜਿਹੜੀ ਹੈ ਗੁਣਾ ਕਰਕੇ ਆਪਣਾ ਆਨਸਰ ਲਿਖ ਦਿੱਤਾ। ਠੀਕ ਹੈ ਬੇਟਾ, ਇਹ ਸਮ ਸਮਝ ਆ ਗਿਆ ਜੀ। ਹੁਣ ਹੈਗਾ ਆਪਣੇ ਕੋਲੇ ਸਮ AP ਦੇ 22 ਪਦਾਂ ਦਾ ਜੋੜ ਪਤਾ ਕਰੋ। ਇਹਦਾ ਮਤਲਬ n ਕਿੰਨਾ ਗਿਵਨ ਹੈ 22, ਜਿਸ ਵਿੱਚ D7 ਹੈ, ਕਾਮਨ ਡਿਫਰੈਂਸ ਵੀ ਗਿਵਨ ਹੈ, ਤੇ 22ਵਾਂ ਪਦ ਮਤਲਬ A22 ਵੀ ਗਿਵਨ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਰਕਮ ਨੂੰ ਪੜ੍ਹ ਕੇ ਇਹ ਸੋਚਣਾ ਹੈ, ਇਹ ਡਿਸਾਈਡ ਕਰਨਾ ਹੈ, ਇਹ ਲਿਖਣਾ ਹੈ ਕਿ ਤੁਹਾਨੂੰ ਗਿਵਨ ਕੀ ਹੈ। ਤਾਂ ਜਦੋਂ ਪਹਿਲੀ ਲਾਈਨ ਪੜ੍ਹੀ ਉਸਨੇ ਕਿਹਾ ਸੀ 22 ਪਦਾਂ ਦਾ ਜੋੜ ਕਰੋ, ਤਾਂ ਮੈंने n 22 ਲਿਖ ਲਿਆ, ਨਾਲ ਦੀ ਨਾਲ D7 ਸੀ ਲਿਖ ਲਿਆ। ਫਿਰ ਉਹਨੇ ਕਿਹਾ ਸੀ 22ਵਾਂ ਪਦ 149 ਹੈ, ਨਾਲ ਦੀ ਨਾਲ ਮੈਂ A22 ਲਿਖ ਲਿਆ। ਹੁਣ ਤੁਹਾਨੂੰ ਪਤਾ ਹੈ ਕਿ ਫਾਰਮੂਲਾ ਤੁਸੀਂ ਸਿਰਫ ਇੱਥੇ ਹੀ ਲਗਾ ਸਕਦੇ ਹੋ, ਤਾਂ ਫਿਰ ਲਗਾਓ। A ਪਲੱਸ n ਦੀ ਜਗ੍ਹਾ ਕੀ ਭਰੋਗੇ 22 ਮਾਈਨਸ 1 D ਬਰਾਬਰ 149। ਤਾਂ ਹੁਣ ਤੁਹਾਨੂੰ D ਦੀ ਵੈਲਿਊ ਵੀ ਪਤਾ ਹੈ, 22 ਚੋਂ 1 ਘਟਾਇਆ 21, ਇੱਥੇ D ਦੀ ਵੈਲਿਊ ਵੀ ਭਰ ਦਿਓ। ਤਾਂ ਇਹਨੂੰ ਗੁਣਾ ਕਰੋਗੇ ਕਿੰਨਾ ਆ ਗਿਆ 147। ਤਾਂ A ਦੀ ਵੈਲਿਊ ਕਿੰਨੀ ਆ ਗਈ 149 ਮਾਈਨਸ 147, ਤਾਂ ਇਹ ਆ ਗਿਆ ਆਪਣੇ ਕੋਲੇ 2। ਤਾਂ A ਹੈਗਾ, D ਹੈਗਾ, N ਹੈਗਾ, ਤੇ ਫਾਈਂਡ ਕੀ ਕਰਨਾ ਜੋੜ। ਸਾਰਾ ਕੁਝ ਤਾਂ ਆਪਣੇ ਕੋਲ ਹੈ, ਜੋੜ ਦਾ ਫਾਰਮੂਲਾ ਲਗਾਉਣਾ। ਤਾਂ SN ਦਾ ਫਾਰਮੂਲਾ ਬੇਟਾ n/2। ਹੁਣ ਇੱਥੇ ਫਾਰਮੂਲਾ ਡਿਸਾਈਡ ਕਰੋ ਕਿਹੜਾ ਲਗਾਉਂਗੇ, ਕਿੰਨੇ ਪਦਾਂ ਦਾ ਜੋੜ ਕਰਨ ਨੂੰ ਕਹਿ ਰਿਹਾ 22 ਪਦਾਂ ਦਾ। ਤਾਂ 22ਵੀਂ ਰਕਮ ਤੁਹਾਡੇ ਕੋਲ ਹੈਗੀ ਹੈ ਨਾ, ਤਾਂ ਤੁਸੀਂ ਲਗਾਓਗੇ ਬੇਟਾ ਫਾਰਮੂਲਾ ਛੋਟਾ ਵਾਲਾ A ਪਲੱਸ AN ਵਾਲਾ। ਤਾਂ n ਕਿੰਨੀ ਹੈ 22। ਫਸਟ ਟਰਮ ਹੁਣੀ ਫਾਈਂਡ ਕੀਤੀ ਹੈ, ਲਾਸਟ ਟਰਮ ਆਪਾਂ ਨੂੰ ਗਿਵਨ ਸੀ। ਕਲੀਅਰ ਜੀ। 2 ਨਾਲ 22 ਨੂੰ ਕਟਾ ਲਓ 11 ਗੁਣਾ 149 ਦੇ ਵਿੱਚ 2 ਜੋੜੋਗੇ ਕਿੰਨੇ ਆ ਗਏ 151। ਹੁਣ 151 ਨੂੰ 11 ਨਾਲ ਗੁਣਾ ਕਰ ਦਿਓ ਫਟਾਫਟ, 151 151, ਇੱਕ ਖਾਨਾ ਐਵੇਂ ਛੱਡਣਾ ਹੁੰਦਾ, ਇਹਨੂੰ ਜੋੜ ਲਓ ਕਿੰਨਾ ਆਨਸਰ ਆ ਗਿਆ 1661। ਦੇਖੋ ਸੌਖਾ ਸਮ ਸੀ ਬੇਟਾ। ਥੋੜ੍ਹੀ ਜਿਹੀ ਧਿਆਨ ਦਿਓ ਸਟੇਟਮੈਂਟ 'ਤੇ। ਜਿਸ ਤਰ੍ਹਾਂ ਨਾਲ ਆਪਾਂ ਨੂੰ ਸਟੇਟਮੈਂਟ ਗਿਵਨ ਹੈ ਤਾਂ ਆਪਣਾ ਜਿਹੜਾ ਗਿਵਨ ਹੈ ਉਹਨੂੰ ਲਿਖ ਲਓ, ਜਿਹਦੇ 'ਚ ਫਾਰਮੂਲਾ ਲੱਗਦਾ ਤੁਹਾਨੂੰ ਵੀ ਲੱਗ ਰਿਹਾ ਹੈ ਲਗਾਓ, ਜੋ ਮਿਸਿੰਗ ਚੀਜ਼ ਤੁਹਾਡੇ ਕੋਲ ਆ ਜਾਏਗੀ। ਠੀਕ ਹੈ, ਉਸ ਤੋਂ ਬਾਅਦ ਜੋ ਉਹਨੇ ਪੁੱਛਿਆ ਸਮ ਹੈ ਕੁਛ ਹੋਰ ਹੈ ਕੋਈ ਟਰਮ ਹੈ ਤਾਂ ਉਹ ਤੁਸੀਂ ਫਾਰਮੂਲਾ ਪਤਾ ਹੀ ਹੈ। ਠੀਕ ਹੈ ਬੇਟਾ, ਇਹ ਸਮਝ ਆ ਗਿਆ। ਨੈਕਸਟ ਸਮ ਕਰਦੇ ਹਾਂ। ਹਾਂਜੀ, ਨੈਕਸਟ ਹੈਗਾ 8 ਦੇ ਪਹਿਲੇ 15 ਗੁਣਜਾਂ ਦਾ ਜੋੜ ਪਤਾ ਕਰੋ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਸਮ ਪਤਾ ਕਰਨਾ ਆਪਾਂ ਫਸਟ 15 ਮਲਟੀਪਲਸ ਆਫ 8।
फस्ट 15 मल्टीपल्स, तो पहला फस्ट 15 तो आप लिख नहीं सकते, फस्ट मल्टीपल्स ऑफ 8 लिखो पहला, तो 8 होगा, 8 तो बाद 16, 16 तो बाद 24 एंड सो ऑन। सानू नहीं पता है कित्थे तक जाणगे, पर आपां सिर्फ 15 पदां दा जोड़ करना। ए किन्ना 8 ते डी किन्ना 8। इत्थे फॉर्मूला ला के कड्ढण की जरूरत नहीं, क्योंकि आपां मल्टीपल्स ऑफ 8 ही लिखे ने, 8 दे पहले गुणज ही लिखे ने। ठीक है जी, तो 15 पदां दा जोड़ ही करना, सिर्फ फॉर्मूले च पुट करना। क्वेश्चन इन्ना इंपॉर्टेंट है, तो देखो सौखा किन्ना, फॉर्मूला ही लगेगा तुहाडे कोले वड्डा, क्योंकि आपां नूं लास्ट टर्म नहीं पता। एन हैगा 15, ए हैगा 8, एन 15 ते डी 8। बाहर वाला 15 नहीं कट रहा 2 नाल, 8 दूनी 16, 15 चों 1 घटावांगे आपां 14, 14 नूं 8 नाल गुणा करांगे 112, 112 दे विच 16 जोड़ांगे 128, इनू घटा लो, ये आ गया 64। 15 नूं बेटा आपां गुणा करनी है 64 नाल, तो पहले 8 पहले 15 गुणजां दा जोड़ जिहड़ा अपने कोले आ जाएगा। 64 नूं 15 नाल गुणा करो, तो कितना आ गया बेटे ये 960। क्लीयर है जी, ये नाले सौखा सम है, नाले इंपॉर्टेंट है, ध्यान नाल देख लियो। नैक्सट हैगे ने अपने कोले मिलान करो। हाँ जी, मिलान करो, तो पहला की है एनवां पद, मतलब एनथ टर्म, तो इनू किहदे नाल मिलाओगे तुसी, ए प्लस एन माइनस 1 डी। फिर हैगा डी कॉमन डिफरेंस, कॉमन डिफरेंस का फॉर्मूला आप हमेशा लिखते हैं A2 माइनस A1। एस एन मतलब जोड़ का फॉर्मूला किहड़ा हुंदा है, दिस वन। पहला पद किनू कहने हुन्ने आपां, ए नू। ठीक है जी, फस्ट मिलान करो, समझ आ गया। हुण अगला वाला देखो, सब तो पहले इन्हें कहा A4। हुण A4 का फॉर्मूला की होगा, A प्लस 4 माइनस 1 डी, मतलब A प्लस 3D। तो इनू किहदे नाल मिलाओगे, लास्ट नाल, A प्लस 3D। हुण 2 5 8, तो इन्हें एक आपां नूं सीरीज़ देती 2 5 8 एंड सो ऑन। तो 5 चों 2 घटावांगे कितना आंदा है 3, 8 चों 5 घटावांगे कितना आंदा है 3, तो एक AP बन रही है, तो आप इनू किस दे नाल मिला देंगे, C नाल। एल, एल का मतलब हुंदा बेटा AN, मतलब लास्ट टर्म। तो लास्ट टर्म का फार्मूला किहड़ा है, A प्लस N माइनस 1 D। तो SN जोड़ का फार्मूला किहड़ा है, हुण इहदे विच देखो, मैं भी एवें लाइन मिलाई ने, पर मिलान नाल गड़बड़ की हुई कि लाइनां समझ नहीं आ रही कि जा किधर रही ने। ठीक है, तो इदां अपना पेपर दे विच गड़बड़ ना होवे, तो उहदे लई तुसीं की करना है, तुसीं नंबरिंग लिख के जोड़ कर सकते हो, जोड़ नहीं सॉरी नंबरिंग लिख के इनू मिला सकते हो। हाँ जी, तो किद्दां मिलाना बेटा, नंबरिंग लिखो, जिवें A4 का ये आना है, तो इत्थे तुसीं 1 नंबर दे दो भी इनू फस्ट नाल मिलाया। ठीक है, दूसरा आपां मिलाया सी इस दे नाल, तीसरा आपां मिलाया सी इस दे नाल, ते चौथा इस दे नाल। ठीक है, तो ये बेस्ट मैथड हुंदा है, कोई भी लाइन एक दूजे नू ओवरलैप करके कट के नहीं लंघदी, तो चैक करने वाले नू भी आसानी हुंदी है। ठीक है जी, तो इस तो बाद आपां क्वेश्चनस करते हैं। देखो ये क्वेश्चनस ने, ਇਹਦੇ ਵਿੱਚ कई क्वेश्चनस ਤਾਂ ਆਪਾਂ ਹੁਣੀ करके चुके हैं, तो उन्होंने ਆਪਾਂ ਕੱਟ कर देंगे। फस्ट क्वेश्चन ਆਪਾਂ कर चुके हैं, 3 डिजिट नंबर्स डिविजिबल बाय 7, तो ये तुसी ਆਪਾਂ कर लांगे सॉल्व। 11th टर्म फ्रॉम द लास्ट, ये भी कर लांगे। सम ऑफ फस्ट 22 टर्म्स, फस्ट 10 टर्म्स, सम ऑफ द सीरीज़, इस तरह के सम आप कर चुके हैं। 22 टर्म्स वाला सम आप कर चुके हैं। फस्ट 15 मल्टीपल्स ऑफ 8 आप कर चुके हैं। तो बेटा देखो किन्ने इंपॉर्टेंट क्वेश्चनस ने, ये किन्नियां शीट्स दे विच ये रिपीट हो रहे हैं। तो हुण जिहड़े रिपीट नहीं होए आपां वो क्वेश्चनस सॉल्व करते हैं। देखो जी, हाउ मैनी 3 डिजिट नंबर्स आर डिविजिबल बाय 7, 3 अंकां वालियां किन्नियां संख्यावां ने जिहड़ियां 7 नाल भाग हो जांदियां ने। किन्ने अंकां वालियां जी, 3 अंकां वालियां। तो हुण आपां इत्थे लिखांगे 3 अंकां वालियां 7 नाल भाग होने वालियां संख्यावां।
ਹੋਣ ਵਾਲੀਆਂ ਸੰਖਿਆਵਾਂ। ਤਾਂ 3 ਅੰਕ ਕਿੱਥੋਂ ਸ਼ੁਰੂ ਹੁੰਦੇ ਨੇ ਬੇਟਾ? 100 ਤੋਂ। ਤਾਂ ਕੀ 100 7 ਤੇ ਜਾਂਦਾ? ਨੋ। ਐਦਾਂ ਤੁਸੀਂ 101 ਚੈੱਕ ਕਰੋਗੇ, 102 ਚੈੱਕ ਕਰੋਗੇ, ਤਾਂ ਕਿਹੜਾ ਪਹਿਲਾ ਅੱਖਰ ਹੋਊਗਾ ਜਿਹੜਾ 7 ਦੇ ਟੇਬਲ 'ਤੇ ਜਾਊਗਾ? 105। ਉਸ ਤੋਂ ਬਾਅਦ 7 ਜੋੜਾਂਗੇ 112, ਉਸ ਤੋਂ ਬਾਅਦ 7 ਜੋੜਾਂਗੇ 119 ਐਂਡ ਸੋ ਔਨ ਇਹ ਚੱਲਦਾ ਜਾਊਗਾ। ਤੁਹਾਡੇ 3 ਡਿਜਿਟ ਨੰਬਰਸ ਕਿੱਥੇ ਤੱਕ ਚੱਲਦੇ ਹੁੰਦੇ ਨੇ ਜੀ? ਇਹ ਚੱਲਦੇ ਨੇ 999 ਤੱਕ। ਹੁਣੀ ਮੈਂ ਤੁਹਾਨੂੰ ਕੀ ਤਰੀਕਾ ਦੱਸਿਆ ਸੀ ਕਿ ਜਿਹੜਾ ਲਾਸਟ ਟਰਮ ਤੁਸੀਂ ਲਿਖਣੀ ਆ ਉਹਨੂੰ 7 ਨਾਲ ਡਿਵਾਈਡ ਕਰ ਲਓ। ਤਾਂ ਇਹ ਆ ਗਿਆ 29, 7 ਚੌਕਾ 28, 19, 7 ਦੂਣੀ 14, ਕਿੰਨਾ ਬਚ ਗਿਆ? 5। ਤਾਂ 999 ਦੇ ਵਿੱਚੋਂ 5 ਘਟਾ ਦਿਓ, ਜੋ ਆਨਸਰ ਆਏਗਾ ਉਹ 7 ਦੇ ਟੇਬਲ 'ਤੇ ਜਾਂਦਾ ਹੋਊਗਾ। ਠੀਕ ਹੈ। ਤਾਂ ਹੁਣ ਇੱਥੇ A ਕਿੰਨਾ ਆ ਗਿਆ ਤੁਹਾਡੇ ਕੋਲ? 105, D ਹੈਗਾ 7 ਅਤੇ ਲਾਸਟ ਟਰਮ ਜਿਹੜੀ ਆਪਾਂ ਨੂੰ ਲੱਭੀ ਹੈ 994। ਤਾਂ ਹੁਣ ਕਿੰਨੀਆਂ ਸੰਖਿਆਵਾਂ ਇਹ ਪਤਾ ਕਰਨਾ। ਹਾਂਜੀ, ਤਾਂ ਇੱਥੋਂ AN ਤੋਂ ਆਪਾਂ ਸੋਲਵ ਕਰਾਂਗੇ। A + n - 1 D, A ਦੀ ਵੈਲਿਊ n ਨਹੀਂ ਪਤਾ, D ਦੀ ਵੈਲਿਊ 994 ਦੇ ਵਿੱਚੋਂ 105 ਮਾਈਨਸ ਕਰਨਾ। ਹਾਂਜੀ, 994 ਦੇ ਵਿੱਚੋਂ 105 ਮਾਈਨਸ ਕਰੋ। 14 ਚੋਂ 5 ਗਏ 9, ਇੱਥੇ ਰਹਿ ਗਏ 8, ਤਾਂ 899। ਤਾਂ n - 1 ਕਿਹਦੇ ਬਰਾਬਰ ਆਏਗਾ? ਜੋ ਇਹ 7 ਨਾਲ ਮਲਟੀਪਲਾਈ ਹੋ ਰਿਹਾ ਸੀ ਉਹਦੇ ਨਾਲ ਡਿਵਾਈਡ। ਹਾਂਜੀ, ਤਾਂ ਬੇਟਾ ਇਹਨੂੰ ਫਿਰ ਹੁਣ 7 ਦੇ ਪਹਾੜੇ 'ਤੇ ਕਟਾ ਲਓ, ਡਿਵਾਈਡ ਕਰ ਲਓ ਇੱਦਾਂ, ਜੇ ਨਹੀਂ ਤੁਹਾਤੋਂ ਸਿੱਧਾ ਕੱਟਿਆ ਜਾਂਦਾ। ਦੇਖੋ 18, 7 ਦੂਣੀ 14, 49 ਆ ਗਿਆ, ਤਾਂ 7 7 49। ਤਾਂ n ਕਿੰਨਾ ਆ ਜਾਏਗਾ? 127 + 1, ਇਹ -1 ਨੇ ਵੀ ਤਾਂ ਰਾਈਟ ਸਾਈਡ 'ਤੇ ਜਾਣਾ, 128। ਤਾਂ ਹੁਣ ਕੀ ਸਮ ਸੀ ਬੇਟਾ? ਦੁਬਾਰਾ ਦੇਖੋ, 7 ਨਾਲ ਭਾਗ ਹੋਣ ਵਾਲੀਆਂ 3 ਅੰਕਾਂ ਵਾਲੀਆਂ ਆਪਾਂ ਸੰਖਿਆਵਾਂ ਕੱਢਣੀਆਂ ਸੀ ਵੀ ਕਿੰਨੀਆਂ ਨੇ, ਤਾਂ ਉਹ ਕਿੰਨੀਆਂ ਪਤਾ ਕਰ ਲੀਆਂ? 128। ਠੀਕ ਹੈ ਜੀ, ਨੈਕਸਟ ਸਮ ਕਰਦੇ ਹਾਂ। ਹਾਂਜੀ, ਅਗਲਾ ਜਿਹੜਾ ਸਮ ਹੈ, ਫਾਈਂਡ ਦਾ 11th ਟਰਮ ਫਰੋਮ ਦਾ ਲਾਸਟ ਟਰਮ ਆਫ AP। ਤਾਂ ਇਹਨੂੰ ਕਿਹਾ ਕਿ ਪਿਛਲੀ ਰਕਮ ਤੋਂ 11ਵੀਂ ਰਕਮ ਜੋ ਹੈ ਉਹ ਫਾਈਂਡ ਕਰਨੀ ਆ ਆਪਾਂ। ਹੁਣ ਇਹ ਕਿਸ ਤਰ੍ਹਾਂ ਦਾ ਸਮ ਹੈ? ਇਸ ਤਰ੍ਹਾਂ ਦਾ ਇੱਕ ਸਮ ਤੁਹਾਡੀ ਬੁੱਕ ਵਿੱਚ ਹੈਗਾ। ਠੀਕ ਹੈ, 10, 7, 4 ਐਂਡ ਸੋ ਔਨ, ਲਾਸਟ 'ਤੇ ਹੈਗਾ -62। ਤਾਂ ਪਿੱਛੇ ਤੋਂ ਆਪਾਂ ਕਿਹੜੀ ਰਕਮ ਫਾਈਂਡ ਕਰਨੀ ਹੈ? 11th। ਤਾਂ ਇਹਦਾ ਤਰੀਕਾ ਕੀ ਹੈ ਬੇਟਾ? ਸਭ ਤੋਂ ਸੌਖਾ ਤਰੀਕਾ ਕਿ ਤੁਸੀਂ ਪਹਿਲਾਂ ਇੱਥੇ D ਫਾਈਂਡ ਕਰੋ ਕਿੰਨੀ ਹੈ। A2 - A1, A2 ਹੈਗਾ 7, A1 ਹੈਗਾ 10, ਤਾਂ ਕਿੰਨੀ D ਹੈ? ਮਾਈਨਸ ਦਾ 3। ਇਹਦਾ ਮਤਲਬ ਜੋ ਆਪਣੀ AP ਲਿਖੀ ਹੋਈ ਹੈ ਉਹ 3 3 ਘਟ ਰਹੀ ਹੈ। ਠੀਕ, ਹੁਣ ਜਦੋਂ ਆਪਾਂ AP ਨੂੰ ਫਰੋਮ ਦਾ ਲਾਸਟ ਲਿਖਾਂਗੇ, AP ਫਰੋਮ ਲਾਸਟ, ਅਖੀਰਲੇ ਪਦ ਤੋਂ AP, ਤਾਂ ਸਭ ਤੋਂ ਪਹਿਲਾਂ ਆਪਾਂ ਕਿਹੜਾ ਰਕਮ ਲਿਖਾਂਗੇ? ਮਾਈਨਸ ਦੀ 62, ਮਤਲਬ ਪਿੱਛੇ ਤੋਂ AP ਲਿਖ ਰਹੇ ਹਾਂ। ਹੁਣ ਜਦੋਂ ਮੂਰੇ ਨੂੰ ਜਾ ਰਹੇ ਸੀ, ਜਦੋਂ ਆਪਾਂ ਅੱਗੇ ਨੂੰ ਜਾ ਰਹੇ ਸੀ ਤਾਂ 3 3 ਘਟ ਰਹੇ ਸੀ। ਜਦੋਂ ਆਪਾਂ ਹੁਣ ਪਿੱਛੇ ਨੂੰ ਆਵਾਂਗੇ ਤਾਂ 3 3 ਪਲੱਸ ਹੋਈ ਜਾਵਾਂਗੇ। ਹੁਣ ਮਾਈਨਸ ਦੇ 62 ਦੇ ਵਿੱਚ ਜਦੋਂ ਤੁਸੀਂ ਪਲੱਸ ਦਾ 3 ਜੋੜੋਗੇ ਤਾਂ ਇਹ ਕਿੰਨਾ ਆ ਜਾਊਗਾ? ਮਾਈਨਸ ਦਾ 59। ਉਹਦੇ ਵਿੱਚ 3 ਪਲੱਸ ਕਰੋਗੇ, ਮਾਈਨਸ ਦਾ 56 ਐਂਡ ਸੋ ਔਨ। ਤਾਂ ਤੁਹਾਡੇ ਕੋਲ AP ਬਣ ਗਈ ਬੇਟਾ। A ਕਿੰਨਾ ਆ ਗਿਆ? ਮਾਈਨਸ ਦਾ 62। D ਕਿੰਨਾ ਆਇਆ? ਪਲੱਸ ਦਾ 3। ਦੁਬਾਰਾ ਕੱਢ ਕੇ ਦੇਖਣ ਦੀ ਲੋੜ ਨਹੀਂ, ਉਹ ਤੁਹਾਨੂੰ ਯਾਦ ਹੈ ਕਿ ਜਦੋਂ ਆਪਾਂ ਖੱਬੇ ਤੋਂ ਸੱਜੇ ਗਏ ਸੀ ਤਾਂ 3 3 ਘਟ ਰਹੇ ਸੀ, ਸੱਜੇ ਤੋਂ ਖੱਬੇ ਜਾ ਰਹੇ ਹਾਂ ਤਾਂ 3 3 ਵੱਧ ਰਹੇ ਹਾਂ। ਤਾਂ n ਕਿੰਨਾ ਦਿੱਤਾ ਹੋਇਆ? 11, ਕਿਉਂਕਿ ਉਹਨੇ ਕਿਹਾ ਸੀ 11 ਜਿਹੜੀ 11ਵੀਂ ਰਕਮ ਹੈ ਉਹ ਪਤਾ ਕਰਨੀ ਹੈ ਪਿੱਛੇ ਤੋਂ। ਤਾਂ ਹੁਣ ਆਪਾਂ n ਦਾ ਫਾਰਮੂਲਾ ਲਿਖਾਂਗੇ, A + n - 1 D, ਫਾਈਂਡ ਕਰਨਾ A 11, n ਦੀ ਥਾਂ 'ਤੇ 11, D ਦੀ ਥਾਂ 'ਤੇ 3। ਇਹ ਆ ਗਿਆ ਜੀ -62 ਪਲੱਸ 11 ਚੋਂ 1 ਗਏ 10, 10 ਤੀਆ 30, 62 ਦੇ ਵਿੱਚੋਂ ਆਪਾਂ 30 ਘਟਾਵਾਂਗੇ ਤਾਂ ਮਾਈਨਸ ਦਾ 32। ਤਾਂ 11th ਟਰਮ ਫਰੋਮ ਦਾ ਲਾਸਟ
किन्नी आ गई अपने कोले -32। तो पिछले टर्म तो 11वीं रकम हैगी है जी -32। क्लीयर हो गया बेटा जी। सौखा सम सी तां सौखा लगूगा जे तुसी इस गल नूं समझोगे कि जो तुसी सज्जे तो खब्बे खब्बे तो सज्जे आ रहे हो उदों तुहाडी जो डी है, ठीक है, उस तो उल्ट तुसी पिछे तो आना डी लिखनी है। ठीक है बेटा, इन्नी गल समझ लग गई। हुण आपां देखदे हां अपना नैक्सट सम की है। नैक्सट सम हैगा, देखो ये दो तो तुसीं कीते ही होए ने। सम ऑफ फस्ट 22 टर्म्स 10 टर्म्स ये तो कीते हुए ने। तो उस तो बाद हाँ जी, तो हुण जिहड़ा सम है बेटा, इफ द सम ऑफ फस्ट 14 टर्म्स, द सम दिता होया 14 टर्म्स का कितना 1050। फस्ट टर्म इज़ 10, ए दिती हुई आपां नूं 10। तो फाइंड द 20th टर्म, तो आपां 20th टर्म फाइंड करनी है। तो बेटा जिहड़ी चीज़ गिवन है उहदे च तुसीं फॉर्मूला किहदा लगा सकते हो, एस का। तो एस का फॉर्मूला लगाओ, n/2 2a प्लस n-1 इंटू डी किन्ना दिता होया 1050। पर इत्थे n की थां ते आपां किन्ना पुट करना है, तुहानूं एक बार फॉर्मूला लिख के दिखाया, उस तो बाद हुण दसदी हां n की थां ते आपां किन्ना पुट करना है जी 14, क्योंकि 14 रकमां का जोड़ सी। हुण ए किन्नी दित्ती हुई सी, ए दित्ती हुई आपां नूं 10। गल क्लीयर हो गई। हुण देखो 7 तो 2 दे पहाड़ ते 14 कट के किन्ना आ गया 7, 10 दूणा 20, 14 चो 1 गए 13 डी बराबर किन्ना है 1050। हुण सिंपल इक्वेशन बन चुकी है, इनू आपां सॉल्व कर देंगे। 1050 दे ओवर च जाएगा 7, क्योंकि खब्बे पासे गुणा हो रहा है, कटा लो 1 7 7 7 5 35 150 आ गया। ठीक है, 13 डी आपां लैफ्ट ते ही रखना है, क्योंकि वेरीएबल आपां पता करना है। 20 माइनस हो गया जाके 130, तो डी आऊगा अपने कोले 130/13, ये आ गया जी 10। तो ए हैगी सी तुहाडे कोले, डी आ गई। 20th टर्म लिखनी कोई औखी गल नहीं, तो 20th टर्म लिखते हैं बेटा आपां। तो ए एन का फार्मूला की हुंदा है, ए प्लस n-1 डी। आपां कढ़नी है ए 20, तो ए की वैल्यू 10, एन की वैल्यू 20, डी की वैल्यू 10, क्योंकि आप हुणी फाइंड की है। तो 10 प्लस 20 चो 1 गए जी 19, 19 नूं 10 नाल गुणा करांगे 190, 190 दे विच 10 जोड़ांगे 200। ठीक है जी, समझ आ गया। सौखा सम सी यह। हुण आपां इस तो नैक्सट सम करते हैं जी। तो ऐदां ही जिहड़े अपने इंपॉर्टेंट क्वेश्चन सॉल्व करते रहांगे तो अपने जिहड़े 5वें चैप्टर की तैयारी है वो बहुत अच्छे तरीके नाल हो जाएगी। देखो अगला सम किहड़ा है, अगला सम है इन एन AP A5 है, D3 है, तो AN है जिहड़ी लास्ट टर्म है वो 50 है। कुछ भी नहीं, फर्क की है सिर्फ स्टेटमेंट नूं लिखण दा। इहो जिहे सम आपां कर चुके कि हाँ जी लास्ट टर्म 50 दित्ती हुई है, या आपां नूं ऐदां देखो तुहानूं मैं लिख के दिखाउणी आ भी इहदी होर की स्टेटमेंट हो सकती है। जिवें 5 है, फिर 8 होऊगा, 8 3 जोड़े 11 होऊगा, लास्ट ते उहने 50 लिखिया होया। पुछया की है भी गिणती किन्नी है नाले जोड़ किन्ना है। ठीक हो गया। सेम गल्लां हुंदियां बेटा, डरन की जरूरत नहीं हैगी। सम्स नूं सिर्फ मेन जिहड़ा इहदा फंड है वो समझो भी AP दे विच nth टर्म सम ऑफ जिहड़ा SN का फॉर्मूला है, ये थोड़ी ये ते अच्छी कमांड होवे ते स्टेटमेंट तुहानूं चंगी तरह समझ आ रही होवे भी हाँ तुहानूं गिवन की है। हाँ जी, इस वैल्यूज़ भरो। तुहानूं N नहीं पता हैगी, D पुट करती, 5 माइनस होएगा, ये आ गया 45, 3 नाल डिवाइड होएगा 15, N कितना आ गया 15 प्लस 1 16। तो N फाइंड कर लिया, इको ने क्या सी SN फाइंड करना है। फार्मूला लगाओ n/2 2a प्लस n-1 इंटू डी। हुण तक तो रट गए होणगे ना फार्मूले चंगी तरह, वैरी गुड। देखो 16/2, 2 ए किन्नी सी अपने कोले, ए 5 है तो डी 3 है, तो डी 3।
16 ਤੇ 2 ਕੱਟ ਗਏ, ਆਪਣੇ ਕੋਲ ਆ ਗਿਆ 8, 5 दूनी 10, 16 ਚੋਂ 1 ਘਟਾਏ 15, 15 ਤੀਆ 45, 45 ਦੇ ਵਿੱਚ 10 ਜੋੜਾਂਗੇ 55, 55 ਨੂੰ 8 ਨਾਲ ਗੁਣਾ ਕਰ ਲਓ, ਇਹ ਆ ਜਾਊਗਾ ਬੇਟਾ ਜੀ 440। ਠੀਕ ਹੈ ਜੀ, ਕਲੀਅਰ ਹੋ ਗਈ ਗੱਲ ਇਹ। ਨੈਕਸਟ ਕੁਐਸਚਨ, ਹਾਂਜੀ ਅਗਲਾ ਹੈਗਾ ਫਾਈਂਡ ਦਾ ਸਮ ਆਫ ਔਡ ਨੰਬਰਸ। ਕਿਹੜੇ ਟਾਂਕ ਸੰਖਿਆਵਾਂ, ਕਿਹੜੀਆਂ ਟਾਂਕ ਸੰਖਿਆਵਾਂ ਜਿਹੜੀਆਂ 0 ਤੋਂ 50 ਦੇ ਵਿੱਚ ਆਉਂਦੀਆਂ ਨੇ। ਤਾਂ ਸਭ ਤੋਂ ਪਹਿਲਾਂ ਇੱਥੋਂ AP ਲਿਖੋ, ਔਡ ਨੰਬਰਸ ਬਿਟਵੀਨ 0 ਐਂਡ 50। ਤਾਂ ਪਹਿਲਾ ਔਡ ਨੰਬਰ ਕਿਹੜਾ ਹੋਊਗਾ 1, 3, 5 ਐਂਡ ਸੋ ਔਨ, ਕਿੱਥੇ ਤੱਕ ਚੱਲੇਗਾ ਜੀ 49 ਤੱਕ। ਇਸ ਸਮ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਬਚ ਸਕਦੇ ਹੋ n ਫਾਈਂਡ ਕਰਨ ਤੋਂ। ਕਿੱਦਾਂ, ਆਪਾਂ ਨੂੰ ਪਤਾ ਹੈ ਕਿ ਜੇ 0 ਤੋਂ 50 ਤੱਕ ਟਰਮਸ 'ਚੋਂ ਆਪਾਂ ਨੂੰ ਔਡ ਲੱਭਣ ਲਈ ਕਿਹਾ ਤਾਂ ਅੱਧੀਆਂ ਬੇਟਾ ਔਡ ਹੁੰਦੀਆਂ ਨੇ ਤੇ ਅੱਧੀਆਂ ਈਵਨ। ਅੱਧੇ ਟਾਂਕ ਹੁੰਦੇ ਨੇ, ਅੱਧੇ ਜਿਸਤ ਹੁੰਦੇ ਨੇ। ਜੇ 50 ਨੇ ਤਾਂ ਆਪਣੇ ਕੋਲੇ ਟਾਂਕ ਸੰਖਿਆਵਾਂ ਕਿੰਨੀਆਂ ਆ ਜਾਣਗੀਆਂ 25। A ਕਿੰਨਾ 1, D ਕਿੰਨਾ ਆਪਣੇ ਕੋਲੇ A2 A1 ਕਰਕੇ ਆ ਜਾਏਗਾ 3 -1 2। ਕੱਢਣਾ ਕੀ ਆਪਾਂ ਇਹਨਾਂ ਦਾ ਸਮ, ਤਾਂ ਸਮ ਦਾ ਫਾਰਮੂਲਾ ਲਗਾ ਲਓ। SN ਕੀ ਹੋਏਗਾ ਜੀ n/2। ਅੱਛਾ ਲਾਸਟ ਟਰਮ ਵਾਲਾ ਵੀ ਲਗਾ ਸਕਦੇ ਕਿਉਂਕਿ ਆਪਣੇ ਕੋਲੇ ਲਾਸਟ ਟਰਮ ਹੈਗੀ ਹੈ, ਤਾਂ ਲਾਸਟ ਟਰਮ ਵਾਲਾ ਲਗਾਉਂਦੇ ਹਾਂ। n ਹੈਗਾ 25, A ਹੈਗਾ 1, ਲਾਸਟ ਟਰਮ ਹੈਗੀ ਹੈ 49। 49 'ਚ 1 ਜੋੜਾਂਗੇ ਜੀ 50, 2 ਦੇ ਨਾਲ 50 ਕੱਟ ਗਿਆ, 25 ਗੁਣਾ 25 ਕਿੰਨਾ ਆਂਸਰ ਆ ਜਾਏਗਾ 625। ਠੀਕ ਹੈ ਜੀ। ਜੇ ਆਪਾਂ n ਨਹੀਂ ਸਿੱਧਾ ਲਿਖਣਾ ਚਾਹੁੰਦੇ, ਜੇ ਤੁਸੀਂ ਸੋਲਵ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ। ਦੇਖੋ ਲਾਸਟ ਟਰਮ ਤੁਹਾਨੂੰ ਕਿੰਨੀ ਦਿੱਤੀ ਹੋਈ ਹੈ 49। ਲਾਸਟ ਟਰਮ ਦਾ ਫਾਰਮੂਲਾ ਭਰੋਗੇ, A ਗਿਵਨ ਹੈ, D ਪਤਾ ਹੈ ਆਪਾਂ ਨੂੰ। ਸੋਲਵ ਕਰੋਗੇ ਬੱਚੇ ਇਹ 25 ਹੀ ਆਏਗਾ ਕਿਉਂਕਿ ਜਿਹੜੀ ਗਿਣਤੀ ਹੈ ਉਹ 1 ਤੋਂ ਸ਼ੁਰੂ ਹੋ ਰਹੀ ਹੈ, ਤਾਂ ਆਪਾਂ ਬਿਨਾਂ ਸੋਲਵ ਕੀਤੇ ਵੀ ਇਹਨੂੰ 25 ਲਿਖ ਸਕਦੇ ਹਾਂ। ਦੇਖੋ 48 'ਚ 49 'ਚ ਘਟਾਵਾਂਗੇ 48 ਬਟੇ ਆਏਗਾ 2, 24 ਤੇ n ਆ ਗਿਆ 24 + 1 25, ਤਾਂ ਵੀ ਓਨਾ ਹੀ ਆਂਸਰ ਆਏਗਾ। ਠੀਕ ਹੈ, ਫਿਰ ਪਹਿਲਾਂ ਤੁਸੀਂ ਇਹ n ਫਾਈਂਡ ਕਰੋਗੇ, ਫਿਰ ਤੁਸੀਂ ਸਮ ਫਾਈਂਡ ਕਰੋਗੇ। ਠੀਕ ਹੈ, ਇਹ ਮੈਥਡ ਵੀ ਲਗਾ ਸਕਦੇ ਹੋ। ਕਈ ਵਾਰ ਆਪਾਂ ਨੂੰ ਨਹੀਂ ਪੇਪਰ 'ਚ ਯਾਦ ਰਹਿ ਰਹੀ ਇਹ ਗੱਲ, ਤਾਂ ਆਪਾਂ ਪਹਿਲਾਂ n ਫਾਈਂਡ ਕਰ ਲਓ ਫਿਰ ਸਮ ਫਾਈਂਡ ਕਰ ਲਓ। ਠੀਕ ਹੈ, ਲਾਸਟ ਸਮ ਰਹਿ ਗਿਆ ਬੇਟਾ ਇਸ ਵੀਡੀਓ ਦਾ, ਹਾਊ ਮੈਨੀ ਟਰਮਸ ਆਫ AP ਮਸਟ ਬੀ ਟੇਕਨ। ਤਾਂ ਆਪਾਂ ਨੂੰ ਇੱਕ AP ਗਿਵਨ ਹੈ 24, 21, 18 ਐਂਡ ਸੋ ਔਨ। ਕਹਿੰਦੇ AP ਦੀਆਂ ਕਿੰਨੀਆਂ ਟਰਮਸ ਲਈਏ ਸੋ ਦੈਟ ਦੇਅਰ ਸਮ ਇਜ਼ 78, ਤਾਂ ਕਿ ਜਿਹੜਾ ਉਹਨਾਂ ਦਾ ਸਮ ਹੈ ਉਹ 78 ਹੋ ਜਾਵੇ। ਤਾਂ ਇਹ ਸਮ ਕਰਦੇ ਹਾਂ ਬੇਟਾ ਸੋਲਵ ਆਪਾਂ। ਤਾਂ A ਕਿੰਨੀ ਹੈ ਇਹਦੇ ਵਿੱਚ 24, D ਦਾ ਫਾਰਮੂਲਾ ਲਗਾਓ A2 - A1, 21 ਚੋਂ 24 ਘਟਾਵਾਂਗੇ ਕਿੰਨਾ ਆ ਜਾਏਗਾ ਮਾਈਨਸ ਦਾ 3, ਤੇ ਹੋਰ ਕੀ ਦਿੱਤਾ ਹੋਇਆ SN। ਫਾਈਂਡ ਕੀ ਕਰਨਾ ਆਪਾਂ ਵੀ ਇਹ ਕਿੰਨੀਆਂ ਟਰਮਸ ਨੇ। ਠੀਕ ਹੈ, ਸੇਮ ਬੇਟਾ ਜਿਹਦਾ ਫਾਰਮੂਲਾ ਲੱਗ ਸਕਦਾ ਹੈ ਆਪਾਂ ਉਹ ਫਾਰਮੂਲਾ ਲਗਾਉਣਾ। ਜਿਵੇਂ SN ਦਾ ਆਪਾਂ ਲਗਾ ਸਕਦੇ ਹਾਂ n/2 2A + n - 1 × D, ਕਿਉਂਕਿ ਨਾ ਤਾਂ ਦੇਖੋ A ਦਾ ਕੋਈ ਫਾਰਮੂਲਾ ਨਾ ਆਪਾਂ ਕੋਈ D ਦਾ ਫਾਰਮੂਲਾ ਹੈ, ਦੋ ਹੀ ਨੇ ਨਾ nth ਟਰਮ ਤੇ ਸਮ, ਇਹੀ ਫਾਰਮੂਲੇ ਆਪਾਂ ਭਰ ਸਕਦੇ ਹਾਂ। n ਤਾਂ ਪਤਾ ਹੀ ਨਹੀਂ ਸਾਨੂੰ। A ਕਿੰਨੀ ਹੈ 24 + n - 1, D ਕਿੰਨੀ ਹੈ -3 ਇਕੁਅਲ ਟੂ ਕਿੰਨਾ 78। ਥੋੜ੍ਹਾ ਇਹ ਲੈਂਥੀ ਸਮ ਹੋ ਜਾਂਦਾ, ਧਿਆਨ ਨਾਲ ਸਿੱਖਿਓ। ਹੁਣ ਜਿਹੜਾ n ਹੈ ਇਹਦਾ 2 ਜਿਹੜਾ ਹੈਗਾ ਆਪਾਂ ਰਾਈਟ ਸਾਈਡ 'ਤੇ ਲੈ ਜਾਵਾਂਗੇ। 24 ਨੂੰ 2 ਨਾਲ ਗੁਣਾ ਕੀਤੀ 48, ਇਸ ਬ੍ਰੈਕਟ ਨੂੰ ਖੋਲ ਲਓ -3n + 3। ਜਿਹੜਾ ਇਹ 2 ਸੀ ਓਵਰ ਵਾਲਾ ਉਹ ਮੈਂ ਦੂਸਰੀ ਸਾਈਡ 'ਤੇ ਲੈ ਗਈ, ਕ੍ਰਾਸ ਮਲਟੀਪਲਾਈ ਕਰ ਲਿਆ। ਦੇਖੋ n - 1 ਨੂੰ -3 ਨਾਲ ਮਲਟੀਪਲਾਈ ਹੀ ਕਰਨਾ ਪਏਗਾ, ਆਪਣੇ ਕੋਲੇ ਹੋਰ ਕੋਈ ਆਪਸ਼ਨ ਨਹੀਂ। ਠੀਕ ਹੈ ਬੇਟਾ, ਤਾਂ ਇਹ ਮਲਟੀਪਲਾਈ ਕਰ ਲਿਆ। n ਮਾਈਨਸ ਦਾ 3n ਹੈ, 48 ਦੇ ਵਿੱਚ 3 ਜੋੜਾਂਗੇ 51, 8 ਦੂਣੀ 16 ਹਾਸਲ 1 7 ਦੂਣੀ 14 ਤੇ 1 15। ਮਲਟੀਪਲਾਈ ਬਾਹਰਲੇ n ਨਾਲ ਵੀ ਕਰੋ, 156 ਵੀ ਇੱਧਰਲੀ ਸਾਈਡ ਲੈ ਆਓ। ਤਾਂ ਬੇਟਾ ਇਹਦੇ ਵਿੱਚ ਕੀ ਬਣ ਗਿਆ, ਇਹ ਬਣ ਗਈ ਆਪਣੇ ਕੋਲੇ 2 ਘਾਤੀ ਸਮੀਕਰਨ, ਪਰ ਇਹ ਤਾਂ ਮਾਈਨਸ ਨਾਲ ਹੈ ਤਾਂ ਇੱਥੇ ਔਰ ਲਿਖੋ। ਸਾਰੀ ਦੀ ਸਾਰੀ ਇਕੁਏਸ਼ਨ ਨੂੰ 3 ਨਾਲ ਡਿਵਾਈਡ ਕਰ ਦਿਓ, 3 ਤੇ ਵੀ ਜਾ ਰਹੀ ਹੈ, ਮਾਈਨਸ ਵੀ ਨਾਲ ਹੀ ਡਿਵਾਈਡ ਕਰ ਦਿਓ। ਕੀ ਲਿਖਾਂਗੇ ਡਿਵਾਈਡ
ਬੋਥ ਸਾਈਡਸ ਬਾਏ -3 ਵੀ ਗੈਟ। ਪੰਜਾਬੀ 'ਚ ਕੀ ਲਿਖੋਗੇ? ਦੋਨੋਂ ਪਾਸੇ ਮਾਈਨਸ ਦੇ 3 ਨਾਲ ਭਾਗ ਕਰਨ 'ਤੇ। ਇੱਥੇ n ਸਕੁਏਅਰ ਆ ਗਿਆ ਕਿਉਂਕਿ -3 ਤਾਂ ਹਟ ਗਿਆ। ਹੁਣ ਮਾਈਨਸ ਦੇ 3 ਨਾਲ ਭਾਗ ਕਰਾਂਗੇ ਤਾਂ 17 ਤੀਆ 51 ਮਾਈਨਸ ਦਾ 17 n ਰਹਿ ਗਿਆ। ਉਰੇ ਪਲੱਸ ਦਾ ਕੀ ਆਊਗਾ? 3 ਨਾਲ ਡਿਵਾਈਡ ਕਰਨੀ ਹੈ, 5 ਤੀਏ 15 ਅਤੇ 2। ਦੇਖੋ ਬੇਟਾ -3 ਦੇ ਨੀਚੇ -3 ਲਗਾਵਾਂਗੇ, ਉਹ ਤਾਂ ਪਲੱਸ ਦਾ 1 ਆ ਗਿਆ ਜੋ ਮੈਂ ਇੱਥੇ ਲਿਖਿਆ, ਠੀਕ ਹੈ। ਹੁਣ ਪਲੱਸ ਦੇ 51 ਦੇ ਨੀਚੇ -3 ਲਿਖਾਂਗੇ ਤਾਂ ਉਹ ਮਾਈਨਸ ਦਾ 17 ਆਊਗਾ। ਜਦੋਂ ਆਪਾਂ ਮਾਈਨਸ ਦੇ 156 ਨੂੰ ਮਾਈਨਸ ਦੇ 3 ਨਾਲ ਡਿਵਾਈਡ ਕਰਾਂਗੇ ਤਾਂ ਉਹ 52 ਆਊਗਾ, ਠੀਕ ਹੈ। ਹੁਣ ਇੱਥੇ ਤੁਹਾਡੀ ਮਰਜ਼ੀ ਹੈ, ਤੁਸੀਂ ਚਾਹੇ ਗੁਣਨਖੰਡ ਵਿਧੀ ਨਾਲ ਹੱਲ ਕਰ ਲਓ, ਚਾਹੇ ਇਹਨੂੰ ਡੀ ਵਾਲਾ ਮੈਥਡ ਲਗਾ ਕੇ ਹੱਲ ਕਰ ਲਓ। ਤਾਂ ਵੈਸੇ ਗੁਣਨਖੰਡ ਵਿਧੀ ਲਗਾ ਲਓ। 52 ਹੈ, 52 ਦੇ ਟੋਟੇ ਕੀ ਬਣਨਗੇ? 13 ਚੌਕ 52 ਹੁੰਦਾ ਨਾ, 13 ਤੇ 4 17 ਵੀ ਬਣਦੇ ਨੇ। ਇਹਦਾ ਮਤਲਬ ਸਪਲਿਟਿੰਗ ਮਿਡਲ ਟਰਮ ਦੇ ਨਾਲ ਆਪਣਾ ਜਿਹੜਾ ਫੈਕਟਰਾਈਜੇਸ਼ਨ ਹੈ ਉਹ ਹੋ ਗਈ, ਬੜੀ ਆਸਾਨੀ ਨਾਲ ਹੋ ਗਈ। 13n ਪਲੱਸ 4n, ਠੀਕ ਹੈ। 13 ਤੇ 4 ਬਣਦੇ ਸੀ, ਦੋਨਾਂ ਨੂੰ ਪਲੱਸ ਕਰਕੇ 17 ਬਣਦਾ ਸੀ। ਬਾਹਰ ਮਾਈਨਸ ਹੈ ਬੇਟਾ, ਦੋਨੋਂ ਨਿਸ਼ਾਨੀਆਂ ਚੇਂਜ। ਤਾਂ ਇਸ ਤਰ੍ਹਾਂ ਦਾ ਸਮ ਵੀ ਆ ਸਕਦਾ ਹੈ, ਛੱਡਣਾ ਨਹੀਂ ਹੈ ਵੀ ਹਾਂ ਲੰਬਾ ਸਮ ਐਸਾ ਛੱਡ ਦਿੰਦੇ ਹਾਂ। ਇਹ 2-3 ਸਮ ਨੇ ਇਸ ਤਰ੍ਹਾਂ ਦੇ, ਠੀਕ ਹੈ। 4 ਕਾਮਨ ਕੱਢਾਂਗੇ ਤਾਂ ਇੱਥੇ ਵੀ n - 13, ਤਾਂ n - 4 ਅਤੇ n - 13। ਤਾਂ ਹੁਣ ਜਾਂ ਤਾਂ n - 4 ਇਕੁਅਲ ਟੂ 0 ਹੈ ਜਾਂ ਫਿਰ n - 13 ਇਕੁਅਲ ਟੂ 0 ਹੈ। ਇੱਥੋਂ ਆ ਗਿਆ n 4, ਇੱਥੋਂ ਆ ਜਾਊਗਾ n 13। ਤਾਂ 2 ਵੈਲਿਊਜ਼ ਹੋਣਗੀਆਂ n ਦੀਆਂ। ਵੀ ਇਹ ਕੀ ਮਾਜਰਾ ਹੋਇਆ? ਇਹ ਕੀ ਹੋਇਆ ਆਪਣੇ ਨਾਲ ਕਿ n 4 ਵੀ ਆ ਗਈ, n 13 ਵੀ ਆ ਗਈ, ਦੋਨੇ ਪੋਜ਼ੀਟਿਵ ਆਈਆਂ ਨੇ। ਇਹ ਪੋਸੀਬਲ ਕਿਵੇਂ ਹੈ ਵੀ 4 ਰਕਮਾਂ ਦਾ ਜੋੜ ਵੀ 78 ਬਣੇ ਅਤੇ ਕਿੰਨੀਆਂ ਨੇ 13 ਰਕਮਾਂ ਦਾ ਜੋੜ ਵੀ 78 ਬਣੇ, ਹੈ ਨਾ। ਦਿਮਾਗ 'ਤੇ ਥੋੜ੍ਹਾ ਜਿਹਾ ਤਾਂ ਆਉਂਦਾ ਨਾ ਵੀ ਐਂ ਕਿਵੇਂ ਹੋ ਸਕਦਾ? ਬੇਟਾ ਜੀ ਇਹ ਹੋ ਸਕਦਾ ਕਿਉਂਕਿ ਆਪਣੀ ਡੀ ਕੀ ਹੈ? ਨੈਗੇਟਿਵ ਹੈ। ਕੁਛ ਜਿਹੜੇ ਟਰਮਸ ਹੋਣਗੇ ਉਹ ਪੋਜ਼ੀਟਿਵ ਹੋਣਗੀਆਂ, ਕੁਛ ਜਿਹੜੀਆਂ ਟਰਮਸ ਹੋਣਗੀਆਂ ਉਹ ਨੈਗੇਟਿਵ ਆਉਣਗੀਆਂ। ਪਿੱਛੇ ਪਿੱਛੇ ਜਦੋਂ ਲਿਖੀ ਜਾਵਾਂਗੇ, ਜਦੋਂ 4 ਰਕਮਾਂ ਦਾ ਜੋੜ ਕੀਤਾ ਤਾਂ ਉਹ 78 ਆ ਗਿਆ, ਪਰ ਜਦੋਂ 13 ਰਕਮਾਂ ਲਿਖੀਆਂ ਉਹਦੇ 'ਚੋਂ ਫਿਰ ਬਾਕੀ ਵਾਲੀਆਂ ਕੱਟਣਗੀਆਂ ਬੇਟੇ। ਸਿਰਫ 78 ਹੀ ਸਮ ਬਚੇਗਾ, ਜਿਹੜੀਆਂ ਪਿੱਛੇ ਰਕਮਾਂ ਬਚਣਗੀਆਂ ਉਹ ਇੱਕ ਦੂਸਰੇ ਨਾਲ ਕੱਟ ਜਾਣਗੀਆਂ। ਤਾਂ ਆਪਾਂ ਇੱਥੇ ਇਹ ਡਿਸਕਸ ਨਹੀਂ ਕਰਦੇ, ਤੁਸੀਂ ਸਿਰਫ ਇੰਨਾ ਯਾਦ ਰੱਖੋ ਕਿ 4 ਟਰਮਸ ਅਤੇ 13 ਟਰਮਸ ਜਿਹੜਾ ਤੁਹਾਡਾ ਆਨਸਰ ਆ ਰਿਹਾ, ਠੀਕ ਹੈ ਜੀ। ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰ ਦਿਓ, ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬੇਟਾ, ਅਤੇ ਆਪਣੇ 5th ਚੈਪਟਰ ਦੀ ਚੰਗੀ ਤਰ੍ਹਾਂ ਤਿਆਰੀ ਕਰ ਲਓ। ਪਾਰਟ 1 ਦੇ ਸਾਰੇ ਕੁਐਸਚਨਸ, ਪਾਰਟ 2 ਦੇ ਸਾਰੇ ਕੁਐਸਚਨ ਸੋਲਵ ਕਰ ਲਓਗੇ ਤਾਂ ਕੋਈ ਚਾਂਸ ਨਹੀਂ ਹੈਗਾ ਕਿ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਨਾ ਆਉਂਦਾ ਹੋਵੇ। 100% ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੋਊਗਾ। ਸ਼ਰਤ ਹੈ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਖੁਦ ਸੋਲਵ ਕੀਤੇ ਹੋਣ, ਤੁਹਾਡੇ ਹੱਥਾਂ ਨਾਲ ਇਹ ਸੋਲਵ ਹੋਏ ਹੋਣ, ਫੇਰ ਹੀ ਮਾਈਂਡ 'ਚ ਰਹਿਣਗੇ ਨਾ। ਤੁਸੀਂ ਕੈਚ ਕਰ ਰਹੇ ਹੋ ਮੇਰਾ ਪੁਆਇੰਟ? ਮੈਂ ਤੁਹਾਨੂੰ ਕਹਿਣਾ ਕੀ ਚਾਹ ਰਹੀ ਹਾਂ ਬੇਟੇ, ਸੋਲਵ ਆਪਣੇ ਹੱਥ ਨਾਲ ਕਰਕੇ ਦੇਖਣਾ ਜ਼ਰੂਰੀ ਹੁੰਦਾ, ਸਮ ਸਿਰਫ ਦੇਖ ਕੇ ਨਹੀਂ ਸਰਦਾ, ਠੀਕ ਹੈ ਜੀ। ਤਾਂ ਤਿਆਰੀ ਕਰੋ, ਵੱਧ ਤੋਂ ਵੱਧ ਨੰਬਰ ਲੈਣ ਦੀ ਕੋਸ਼ਿਸ਼ ਕਰੋ ਅਤੇ ਤੁਸੀਂ ਕਰ ਸਕਦੇ ਹੋ। ਬਾਏ ਬੇਟਾ।